ਸਤਿ ਸ਼੍ਰੀ ਅਕਾਲ ਜੀ ਬੇਟਾ ਸਾਰਿਆਂ ਨੂੰ। ਜਿਵੇਂ ਤੁਹਾਨੂੰ ਪਤਾ ਹੀ ਹੈ, ਆਪਾਂ ਪਹਿਲਾਂ ਸਟਾਰਟ ਕੀਤਾ ਹੋਇਆ ਹੈ ਆਪਣਾ ਕੋਆਪਰੇਟਿਵ ਬੈਂਕਿੰਗ ਜਿਹੜਾ ਬੈਂਕ ਦਾ ਪੇਪਰ ਆ ਰਿਹਾ ਹੈ ਉਹਦੇ ਲਈ ਇੱਕ ਸੀਰੀਜ਼ ਚਲਾਈ ਹੋਈ ਹੈ ਆਪਾਂ। ਅੱਜ ਉਸ ਦਾ ਸੈਕਿੰਡ ਜਿਹੜੀ ਵੀਡੀਓ ਹੈ ਉਹ ਆ ਰਹੀ ਹੈ ਤੁਹਾਡੇ ਸਾਰਿਆਂ ਦੇ ਲਈ, ਕਮਰਸ਼ੀਅਲ ਬੈਂਕਿੰਗ ਇਨ ਇੰਡੀਆ। ਸੋ ਇਹਨੂੰ ਸਟਾਰਟ ਕਰਦੇ ਹਾਂ ਆਪਾਂ। ਇਹਦੇ ਵਿੱਚ ਜਿਹੜਾ ਹੈ ਕਾਫੀ ਜ਼ਿਆਦਾ ਇੰਪੋਰਟੈਂਟ ਟੌਪਿਕ ਜਿਹੜੇ ਤੁਹਾਡੇ ਨੇ ਉਹ ਕਵਰ ਕੀਤੇ ਗਏ ਨੇ। ਲਾਸਟ ਵਾਲੀ ਵੀਡੀਓ ਦੇ ਵਿੱਚ ਬੇਟੇ ਆਪਾਂ ਗੱਲ ਕਰ ਲਈ ਸੀਗੀ ਮਨੀ ਮਾਰਕੀਟ ਦੇ ਬਾਰੇ, ਔਰ ਮਨੀ ਮਾਰਕੀਟ ਦੇ ਵਿੱਚ ਤੁਸੀਂ ਸਿੱਖ ਲਿਆ ਸੀਗਾ ਕਿ ਦੋ ਚੀਜ਼ਾਂ ਆਉਂਦੀਆਂ ਨੇ, ਫਾਈਨੈਂਸ਼ੀਅਲ ਇੰਸਟੀਟਿਊਸ਼ਨ ਔਰ ਫਾਈਨੈਂਸ਼ੀਅਲ ਇੰਸਟਰੂਮੈਂਟ। ਇੰਸਟੀਟਿਊਸ਼ਨ ਦੀ ਜਦੋਂ ਗੱਲ ਕਰਦੇ ਹਾਂ ਤਾਂ ਅਨਆਰਗੇਨਾਈਜ਼ਡ ਵਾਲੇ ਜਿਹੜੇ ਸੀ, ਅਸੀਂ ਕਿਹਾ ਸੀਗਾ ਕਿ ਇਹ ਜ਼ਿਆਦਾ ਇੰਪੋਰਟੈਂਟ ਨਹੀਂ ਹੈ, ਇਹਨਾਂ ਨੂੰ ਆਪਾਂ ਨਹੀਂ ਇੰਨਾ ਜ਼ਿਆਦਾ ਵੇਟੇਜ ਦੇਵਾਂਗੇ। ਆਰਗੇਨਾਈਜ਼ ਸੈਕਟਰ ਨੂੰ ਆਪਾਂ ਜਿਹੜਾ ਇਹ ਅੱਗੇ ਲੈ ਕੇ ਚੱਲਾਂਗੇ, ਔਰ ਉਸ ਦੇ ਵਿੱਚ ਆਰਬੀਆਈ ਜਿਹੜਾ ਹੈ ਉਸ ਨੂੰ ਪਹਿਲਾਂ ਆਪਾਂ ਡਿਸਕਸ ਕਰਾਂਗੇ। ਸੋ ਅੱਜ ਦੀ ਵੀਡੀਓ ਦੇ ਵਿੱਚ ਬੇਟੇ ਆਪਾਂ ਆਰਬੀਆਈ ਦੇ ਬਾਰੇ ਪੜ੍ਹਾਂਗੇ, ਜਿੰਨੇ ਵੀ ਇਸ ਦੇ ਫੈਕਟ ਨੇ ਔਰ ਇਸ ਦੇ ਜਿਹੜੇ ਵਰਕ ਨੇ, ਉਹ ਜਿਹੜੇ ਇਹਦੇ ਟੂਲ ਨੇ, ਮੋਨੇਟਰੀ ਪਾਲਿਸੀ ਟੂਲ ਵਗੈਰਾ, ਉਹੀ ਤੁਹਾਡੇ ਲਈ ਇੰਪੋਰਟੈਂਟ ਨੇ, ਜਿੱਥੋਂ ਕਾਫੀ ਜ਼ਿਆਦਾ ਕੁਐਸਚਨ ਬਣਦੇ ਨੇ। ਔਰ ਜੋ ਇੱਕ ਕੰਸੈਪਟ ਵਾਲਾ ਕੰਮ ਹੈ ਉਹਨੂੰ ਅਗਰ ਤੁਸੀਂ ਸਮਝ ਆਉਂਦੇ ਹੋ ਤਾਂ ਤੁਹਾਨੂੰ ਬੈਂਕਿੰਗ ਦਾ ਇੱਕ ਕਾਫੀ ਵੱਡਾ ਜਿਹੜਾ ਪੋਰਸ਼ਨ ਹੈ ਉਹਦੇ ਨਾਲ ਤੁਸੀਂ ਕਾਫੀ ਜ਼ਿਆਦਾ ਫੈਮੀਲੀਅਰ ਹੋ ਜਾਓਗੇ। ਦੈਟ ਇਜ਼ ਵੈਰੀ ਸਿੰਪਲ, ਕੋਈ ਬਹੁਤ ਜ਼ਿਆਦਾ ਟਫ ਨਹੀਂ ਹੈ। ਤੁਸੀਂ ਬਸ ਧਿਆਨ ਨਾਲ ਇਸ ਵੀਡੀਓ ਨੂੰ ਪੂਰਾ ਸੁਣਨਾ ਹੈ। ਜਿਹੜੇ ਬੱਚੇ ਪਹਿਲੀ ਵਾਰ ਚੈੱਕ ਕਰ ਰਹੇ ਹੋ, ਪਲੀਜ਼ ਉਹਨਾਂ ਨੂੰ ਰਿਕੁਐਸਟ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤਾਂ ਜੋ ਆਉਣ ਵਾਲੇ ਟਾਈਮ ਪੀਰੀਅਡ ਦੇ ਵਿੱਚ ਜਿੰਨੇ ਵੀ ਆਪਣੇ ਗਵਰਨਮੈਂਟ ਐਗਜ਼ਾਮ ਨੇ ਜਾਂ CBSE ਦੇ ਜਿਹੜੇ ਵੀ ਕੁਝ ਪੇਪਰ ਵਗੈਰਾ ਹੁੰਦੇ ਨੇ, ਉਹਨਾਂ ਸਾਰਿਆਂ ਦੀਆਂ ਵੀਡੀਓਜ਼ ਤੁਹਾਨੂੰ ਇਸ ਚੈਨਲ 'ਤੇ ਪੂਰੀਆਂ ਬੇਟੇ ਮਿਲਣਗੀਆਂ। ਹਾਂਜੀ ਦੇਖੋ, ਅਗਰ ਆਪਾਂ ਗੱਲ ਕਰਦੇ ਹਾਂ RBI ਦੀ, ਰਿਜ਼ਰਵ ਬੈਂਕ ਆਫ ਇੰਡੀਆ, ਇਟਸ ਦਾ ਸੈਂਟਰਲ ਬੈਂਕ ਆਫ ਇੰਡੀਆ ਬੇਟੇ। ਇੰਡੀਆ ਦੀ ਸਭ ਤੋਂ ਟੌਪ ਮੋਸਟ ਸੈਂਟਰਲ ਬੈਂਕ ਹੈ। ਇਹਦੇ ਬਹੁਤ ਸਾਰੇ ਕੰਮ ਨੇ ਜਿਹਨਾਂ ਨੂੰ ਆਪਾਂ ਅੱਗੇ ਡਿਸਕਸ ਕਰਦੇ ਹਾਂ। ਉਸ ਤੋਂ ਪਹਿਲਾਂ ਜਿਹੜੇ ਦੋ ਇੰਪੋਰਟੈਂਟ ਕੁਐਸਚਨ ਵਗੈਰਾ ਤੁਹਾਨੂੰ ਆ ਜਾਂਦੇ ਨੇ। ਇੱਕ ਤਾਂ ਤੁਹਾਨੂੰ ਬੇਟੇ ਲੋਗੋ ਤੋਂ ਪੁੱਛਿਆ ਜਾ ਸਕਦਾ ਹੈ ਕਿ ਇਹਦਾ ਲੋਗੋ ਕੀ ਹੈ। ਤਾਂ ਤੁਸੀਂ ਦੇਖੋ, ਇਹ ਵਾਲਾ ਜਿਹੜਾ ਇਹਨਾਂ ਦਾ ਲੋਗੋ ਹੈ, ਇੱਕ ਟਾਈਗਰ, ਉਸ ਦੇ ਪਿੱਛੇ ਖਜੂਰ ਵਗੈਰਾ ਦਾ ਦਰਖਤ ਲੱਗਾ ਹੋਇਆ ਹੈ, ਔਰ ਰਿਜ਼ਰਵ ਬੈਂਕ ਆਫ ਇੰਡੀਆ ਜਿਹੜਾ ਉਹ ਲਿਖਿਆ ਹੋਇਆ ਦੋਨੋਂ ਹੀ ਭਾਸ਼ਾਵਾਂ ਦੇ ਵਿੱਚ। RBI ਦੇ ਇੱਕ ਗਵਰਨਰ ਹੁੰਦੇ ਨੇ ਜਿਹੜੇ, ਇਹ ਨੇ ਸਾਡੇ ਗਵਰਨਰ RBI ਦੇ ਐਟ ਪ੍ਰੈਜ਼ੈਂਟ ਜਿਹੜੇ ਨੇ, ਸ਼ਸ਼ੀਕਾਂਤ ਦਾਸ, ਪ੍ਰੈਜ਼ੈਂਟ ਗਵਰਨਰ ਆਫ RBI। ਤਾਂ ਇਹ ਦੋ ਕੁਐਸਚਨ ਜਿਹੜੇ ਨੇ ਤੁਹਾਨੂੰ ਇੱਥੋਂ ਜਰਨਲੀ ਪੁੱਛੇ ਜਾਂਦੇ ਨੇ। ਗਵਰਨਰ ਦੇ ਬਾਰੇ ਜਰਨਲੀ ਪੁੱਛਿਆ ਜਾ ਸਕਦਾ ਹੈ, ਕਰੰਟ ਅਫੇਅਰ ਦੇ ਨਾਲ ਰਿਲੇਟ ਕਰਕੇ ਵੀ ਬੇਟਾ ਪੁੱਛਿਆ ਜਾ ਸਕਦਾ ਹੈ, ਜਾਂ ਵੈਸੇ ਵੀ ਸਟੈਟ ਦੇ ਵਿੱਚ ਵੀ ਇਹ ਕੁਐਸਚਨ ਤੁਹਾਨੂੰ ਜਿਹੜਾ ਉਹ ਆ ਜਾਂਦਾ ਹੈ ਕਿ RBI ਦੇ ਜਿਹੜੇ ਪ੍ਰੈਜ਼ੈਂਟ ਗਵਰਨਰ ਨੇ ਉਹ ਕੌਣ ਨੇ। ਇੱਕ ਕੰਮ ਤੁਸੀਂ ਹੋਰ ਆਪਣੀ ਵੱਲੋਂ ਕਰਨਾ ਹੈ, ਤੁਸੀਂ ਇਸ ਚੀਜ਼ ਨੂੰ ਇਸ ਚੀਜ਼ ਨੂੰ ਚੈੱਕ ਕਰਕੇ ਜਾਣਾ ਹੈ ਕਿ ਇਹ ਗਵਰਨਰ ਜਿਹੜੇ ਨੇ ਕਿੰਨਵੇਂ ਨੇ। ਸਮ ਟਾਈਮ ਇਹ ਵੀ ਕਿਹਾ ਜਾ ਸਕਦਾ ਹੈ ਕਿ ਸ਼ਸ਼ੀਕਾਂਤ ਦਾਸ ਜਿਹੜੇ ਨੇ ਉਹ RBI ਦੇ ਕਿੰਨਵੇਂ ਗਵਰਨਰ ਨੇ, ਇਹ ਪੁੱਛ ਲਿਆ ਜਾ ਸਕਦਾ ਹੈ। ਤਾਂ ਤੁਸੀਂ ਫਿਰ ਉਹ ਦੱਸਣਾ ਹੈ 20ਵੇਂ 21ਵੇਂ ਜਾਂ ਕਿੰਨਵੇਂ ਨੇ, ਇਹ ਚੈੱਕ ਕਰਕੇ ਜਾਇਓ ਬੇਟੀ ਇਸ ਚੀਜ਼ ਨੂੰ ਵੀ ਨਾਲ। ਹਾਂਜੀ, ਨੈਕਸਟ ਆਪਾਂ ਗੱਲ ਕਰਦੇ ਹਾਂ ਕੁਝ ਇੰਪੋਰਟੈਂਟ ਫੈਕਟਸ ਜਿਨ੍ਹਾਂ ਦੇ ਬਾਰੇ ਤੁਹਾਨੂੰ ਜ਼ਿਆਦਾਤਰ ਸਵਾਲ ਕੀਤੇ ਜਾਂਦੇ ਨੇ। ਸਮ ਟਾਈਮ ਤਾਂ ਸਿੰਪਲ ਕੁਐਸਚਨ ਵੀ ਪੁੱਛ ਲਿਆ ਜਾਂਦਾ ਹੈ ਕਿ ਇੰਡੀਆ ਦਾ ਜਿਹੜਾ ਹੈ ਉਹ ਟੌਪ ਮੋਸਟ ਜਾਂ ਸੈਂਟਰਲ ਬੈਂਕ ਕਿਹੜੀ ਹੈ, ਤਾਂ ਉਹਦਾ ਆਨਸਰ ਅਸੀਂ RBI ਦੇਵਾਂਗੇ। ਕਮਿਸ਼ਨ ਬਣਿਆ ਸੀਗਾ ਬ੍ਰਿਟਿਸ਼ ਡਿਊਰਿੰਗ ਦਾ ਬ੍ਰਿਟਿਸ਼ ਈਰਾ ਬੇਟੇ। ਇੱਕ ਕਮਿਸ਼ਨ ਬਣਾਇਆ ਗਿਆ ਸੀਗਾ ਜਿਨ੍ਹਾਂ ਨੇ ਇਹ ਰეკਮੈਂਡੇਸ਼ਨ ਕੀਤੀ ਸੀ ਕਿ ਇੰਡੀਆ ਦੇ ਵਿੱਚ ਇੱਕ ਸੈਂਟਰਲਾਈਜ਼ ਬੈਂਕ, ਜਿਹੜਾ ਸੈਂਟਰਲ ਬੈਂਕ ਹੋਣਾ ਚਾਹੀਦਾ ਹੈ, ਜਿਹੜਾ ਬੈਂਕਾਂ ਨੂੰ ਰੈਗੂਲੇਟ ਕਰੇਗਾ। ਤਾਂ ਉਹ ਕਮਿਸ਼ਨ ਦਾ ਨਾਮ ਸੀਗਾ ਹਿਲਟਨ ਜੰਗ ਕਮਿਸ਼ਨ। ਇਸ ਚੀਜ਼ ਤੋਂ ਤੁਹਾਨੂੰ ਜਿਹੜਾ ਹੈ ਉਹ ਸਵਾਲ ਆ ਸਕਦਾ ਹੈ, ਤਾਂ ਇਹਨਾਂ ਨੂੰ ਤੁਸੀਂ ਜਿਹੜਾ ਹੈ ਉਹ ਯਾਦ ਰੱਖਣਾ ਹੈ। ਹਿਲਟਨ ਜੰਗ ਕਮਿਸ਼ਨ ਦੀ ਰეკਮੈਂਡੇਸ਼ਨ ਦੇ ਉੱਪਰ ਇਹਨੂੰ ਬਣਾਇਆ ਗਿਆ ਸੀਗਾ, ਅੰਡਰ RBI ਐਕਟ 1934 ਔਨ April 1935। ਡੇਟ ਪੁੱਛੀ ਜਾਂਦੀ ਹੈ ਕਿ ਇਹ ਕਦੋਂ ਬਣਾਇਆ ਗਿਆ ਸੀਗਾ, ਤਾਂ ਉਹਦਾ ਤੁਸੀਂ ਆਨਸਰ ਦਿਓਗੇ 1 April 1935। ਨੈਸ਼ਨਲਾਈਜ਼ ਕਦੋਂ ਕੀਤਾ ਗਿਆ ਜੀ? ਨੈਸ਼ਨਲਾਈਜ਼ ਹੋਇਆ ਬੇਟਾ 1949 ਦੇ ਵਿੱਚ। ਔਰ ਅਗਰ ਆਪਾਂ ਗੱਲ ਕਰਦੇ ਇਹਨਾਂ ਦੇ ਫਸਟ ਗਵਰਨਰ ਦੀ, ਜਿਹੜੇ ਸੀਗੇ ਉਹ ਸੀਗੇ ਸਰ ਔਸਬੋਰਨ ਸਮਿਥ। ਔਰ ਉਸ ਤੋਂ ਬਾਅਦ ਅਗਰ ਫਸਟ ਇੰਡੀਅਨ ਗਵਰਨਰ ਦੀ ਗੱਲ ਕਰਦੇ ਹੋ ਤਾਂ ਉਹ ਸੀਗੇ ਤੁਹਾਡੇ CD ਦੇਸ਼ਮੁਖ। ਦੋਨੋਂ ਹੀ ਸਟੈਟ ਦੇ ਸਵਾਲ ਨੇ, ਮਤਲਬ ਇੱਕ ਜਨਰਲ ਫੈਕਟ ਵਾਲੇ ਜੇ, ਕੋਈ ਬਹੁਤਾ ਜ਼ਿਆਦਾ ਇਹ 'ਚ ਉਹ ਟਫ ਚੀਜ਼ਾਂ ਨਹੀਂ ਹੈਗੀਆਂ, ਤੁਸੀਂ ਇਹਨਾਂ ਨੂੰ ਈਜ਼ੀਲੀ ਜਿਹੜਾ ਉਹ ਯਾਦ ਕਰ ਸਕਦੇ ਹੋ। ਹੈੱਡਕੁਆਟਰ ਦੀ ਗੱਲ ਕਰਦੇ ਹਾਂ ਬੇਟਾ, ਤਾਂ RBI ਦਾ ਹੈੱਡਕੁਆਟਰ ਹੈ ਮੁੰਬਈ ਦੇ ਵਿੱਚ। ਮੁੰਬਈ ਇਜ਼ ਫਾਈਨੈਂਸ਼ੀਅਲ ਕੈਪੀਟਲ ਆਫ ਇੰਡੀਆ, ਠੀਕ ਹੈ। ਤਾਂ ਉਹ ਜਿੰਨੇ ਵੀ ਤੁਹਾਡੇ ਫਾਈਨੈਂਸ ਵਾਲੇ ਜਿਹੜੇ ਇੰਪੋਰਟੈਂਟ ਚੀਜ਼ਾਂ ਨੇ ਉੱਥੇ ਹੀ ਆਉਂਦੀਆਂ ਨੇ। ਔਰ ਕਲਚਰਲ ਕੈਪੀਟਲ ਬੇਟੇ ਅਗਰ ਤੁਹਾਨੂੰ ਸਵਾਲ ਪੁੱਛਿਆ ਜਾਂਦਾ ਤਾਂ ਉਹ ਹੈ ਸਾਡੀ ਇੰਡੀਆ ਦੀ ਕਲਕੱਤਾ। ਇਹਦੇ ਪੂਰੇ ਜਿਹੜੇ ਤੁਹਾਡੇ ਇਸ ਤਰ੍ਹਾਂ ਦੇ ਕੁਐਸਚਨ ਨੇ ਨਾ, ਜਰਨਲ ਅਵੇਅਰਨੈਸ ਦੇ ਨਾਲ ਰਿਲੇਟ ਕਰਦੇ, ਉਹਨਾਂ ਦੇ ਉੱਪਰ ਵੀ ਬਾਅਦ ਵਿੱਚ ਰੈਂਡਮ ਵੀਡੀਓ ਆਪਣੀਆਂ 2-1 ਬਣਨਗੀਆਂ, ਉਹਦੇ ਵਿੱਚ ਇੱਦਾਂ ਦੀਆਂ ਸਾਰੀਆਂ ਚੀਜ਼ਾਂ ਤੁਹਾਨੂੰ ਜਿਹੜੀਆਂ ਉਹ ਕਰਵਾਈਆਂ ਜਾਣਗੀਆਂ। ਹੈੱਡਕੁਆਟਰ ਮੁੰਬਈ ਦੇ ਵਿੱਚ, ਔਰ ਉਸ ਦੇ ਨਾਲ ਹੀ ਇਸਦੇ 22 ਰੀਜਨਲ ਆਫਿਸ ਨੇ, ਜਿਹੜੇ ਕਿ ਹਰ ਸਟੇਟ ਦੀ ਉਸ ਦੀ ਕੈਪੀਟਲ ਦੇ ਵਿੱਚ ਨੇ। ਫੋਰ ਐਗਜ਼ਾਮਪਲ ਪੰਜਾਬ ਦੀ ਸਟੇਟ ਹੈ ਜੀ ਚੰਡੀਗੜ੍ਹ, ਤਾਂ ਜਿਹੜਾ ਇਸ ਰੀਜਨਲ ਆਫਿਸ ਹੈ ਪੰਜਾਬ ਹਰਿਆਣੇ ਦਾ, ਉਹ ਕਿੱਥੇ ਹੋਏਗਾ? ਚੰਡੀਗੜ੍ਹ ਦੇ ਵਿੱਚ। ਮੈਨੇਜਮੈਂਟ ਐਂਡ ਟ੍ਰੇਨਿੰਗ ਇਸਟੈਬਲਿਸ਼ਮੈਂਟ,
ਮੈਨੇਜਮੈਂਟ ਦੀ ਗੱਲ ਕਰੀਏ ਤਾਂ ਆਰਬੀਆਈ ਨੂੰ ਮੈਨੇਜ ਕਿੱਦਾਂ ਕੀਤਾ ਜਾਂਦਾ ਹੈ ਬੇਟੇ। ਇੱਕ ਹੁੰਦੇ ਨੇ ਇਹਨਾਂ ਦੇ ਗਵਰਨਰ, ਜਿਹੜੇ ਆਪਾਂ ਪਿੱਛੇ ਦੇਖ ਕੇ ਆਏ ਹਾਂ, ਸ਼ਸ਼ੀਕਾਂਤ ਦਾਸ। ਇਸ ਤੋਂ ਇਲਾਵਾ ਇਹਨਾਂ ਦੇ ਨਾਲ ਵਰਕ ਕਰਨ ਦੇ ਲਈ 4 ਹੋਰ ਡਿਪਟੀ ਗਵਰਨਰ ਹੁੰਦੇ ਨੇ, ਜਿਹੜੇ ਕਿ ਕਿਸੇ ਵੀ ਹਾਲਾਤ ਵਿੱਚ 4 ਤੋਂ ਜ਼ਿਆਦਾ ਨਹੀਂ ਹੋ ਸਕਦੇ। 4 ਤੋਂ ਘੱਟ ਤਾਂ ਹੋ ਸਕਦੇ ਨੇ, ਮੇਬੀ ਸਮ ਟਾਈਮ 3 ਵੀ ਹੋ ਸਕਦੇ ਨੇ, 2 ਵੀ ਹੋ ਸਕਦੇ ਨੇ, ਲੇਕਿਨ 4 ਤੋਂ ਜ਼ਿਆਦਾ ਨਹੀਂ ਹੋ ਸਕਦਾ ਉਸ ਬੋਰਡ ਦੇ ਵਿੱਚ। ਇੱਕ ਜਿਹੜੇ ਨੇ ਉਹ ਗਵਰਨਰ ਔਰ ਮੈਕਸੀਮਮ 4 ਜਿਹੜੇ ਨੇ ਡਿਪਟੀ ਗਵਰਨਰ। ਤਾਂ ਟੋਟਲ ਜਿਹੜਾ ਹੈ ਉਹ ਮੈਕਸੀਮਮ ਸਟਰੈਂਥ ਕਿੰਨੀ ਹੋ ਸਕਦੀ ਹੈ ਬੋਰਡ ਦੀ? 5 ਮੈਂਬਰ ਅਪੁਆਇੰਟ ਕੀਤੇ ਜਾਂਦੇ ਨੇ ਗਵਰਨਮੈਂਟ ਦੇ ਵੱਲੋਂ, ਜਾਂ ਨੋਮੀਨੇਟ ਵੀ ਕੀਤੇ ਜਾ ਸਕਦੇ ਨੇ। 4 ਸਾਲ ਦੇ ਲਈ ਇਹਨਾਂ ਨੂੰ ਕੀਤਾ ਜਾਂਦਾ ਹੈ। ਟ੍ਰੇਨਿੰਗ ਦੀ ਗੱਲ ਕਰਦੇ ਹਾਂ ਤਾਂ ਟੋਟਲ 6 ਇਸਟੈਬਲਿਸ਼ਮੈਂਟ ਨੇ ਟ੍ਰੇਨਿੰਗ ਦੀਆਂ, ਜਿਨ੍ਹਾਂ ਦੇ ਵਿੱਚੋਂ ਜਿਹੜੇ 3 ਨੇ ਉਹ ਆਰਬੀਆਈ ਦੇ ਅੰਡਰ ਵਰਕ ਕਰਦੇ ਨੇ, ਔਰ 3 ਜਿਹੜੇ ਨੇ ਉਹ ਥੋੜ੍ਹੇ ਆਟੋਨੋਮਸ ਬੋਡੀਜ਼ ਦੇ ਵਿੱਚ ਆ ਜਾਂਦੇ ਨੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਾਲਜ ਆਫ ਐਗਰੀਕਲਚਰ ਬੈਂਕਿੰਗ, ਪੂਨੇ ਦੇ ਵਿੱਚ ਹੈ। ਹੈੱਡਕੁਆਟਰ ਪੁੱਛਿਆ ਜਾਏਗਾ ਤੁਹਾਨੂੰ ਕਿ ਜਾਂ ਇਹ ਵਾਲੀ ਟ੍ਰੇਨਿੰਗ ਇਸਟੈਬਲਿਸ਼ਮੈਂਟ ਆਰਬੀਆਈ ਦੀ ਕਿਸ ਜਗ੍ਹਾ ਦੇ ਵਿੱਚ ਸਥਿਤ ਹੈ? ਤਾਂ ਦੇਖੋ, ਕਾਲਜ ਆਫ ਐਗਰੀਕਲਚਰ ਬੈਂਕਿੰਗ, ਤੁਸੀਂ ਕੋਆਪਰੇਟਿਵ ਬੈਂਕ ਦੇ ਲਈ ਜਾ ਰਹੇ ਹੋ। ਐਗਰੀਕਲਚਰ ਇੱਕ ਇੰਪੋਰਟੈਂਟ ਫੈਕਟਰ ਹੈ। ਇਨਫੈਕਟ ਜਿੰਨੀ ਵੀ ਤੁਹਾਡੀ ਕੋਆਪਰੇਟਿਵ ਬੈਂਕਿੰਗ ਹੈ ਬੇਟਾ, ਉਹ ਜ਼ਿਆਦਾਤਰ ਫੋਕਸ ਕਰਦੀ ਹੈ ਐਗਰੀਕਲਚਰ ਨੂੰ ਹੀ ਬੈਨੀਫਿਟ ਦੇਣ ਦੇ ਲਈ, ਔਰ ਜਿਹੜੇ ਰੂਰਲ ਇਨਫਰਾਸਟਰਕਚਰ ਹੈ ਉਸ ਨੂੰ ਡਿਵੈਲਪ ਵਧੀਆ ਕਰਨ ਦੇ ਲਈ ਇਹ ਸਾਰਾ ਸਿਸਟਮ ਕੀਤਾ ਗਿਆ ਸੀ ਇੰਡੀਆ ਦੇ ਵਿੱਚ। ਸੋ ਐਗਰੀਕਲਚਰ ਬੈਂਕਿੰਗ ਜਿਹੜਾ ਹੈਗਾ ਹੈ ਆਰਬੀਆਈ ਦਾ, ਉਹ ਪੂਨੇ ਦੇ ਵਿੱਚ ਹੈ ਜੀ। ਬੈਂਕਰਸ ਟ੍ਰੇਨਿੰਗ ਕਾਲਜ ਮੁੰਬਈ, ਰਿਜ਼ਰਵ ਬੈਂਕ ਆਫ ਇੰਡੀਆ ਸਟਾਫ ਕਾਲਜ ਚੇਨਈ। ਇਹ ਤਿੰਨੋਂ ਦੇ ਤਿੰਨੋਂ ਬੇਟਾ ਪਾਰਟ ਨੇ ਆਰਬੀਆਈ ਦੇ। ਤਾਂ ਨੈਕਸਟ ਵਾਲੇ ਜਿਹੜੇ ਨੇ ਇਹ ਇੱਕ ਆਟੋਨੋਮਸ ਬੋਡੀਜ਼ ਨੇ, ਲਾਈਕ ਨੈਸ਼ਨਲ ਇੰਸਟੀਚਿਊਟ ਫॉर ਬੈਂਕ ਮੈਨੇਜਮੈਂਟ, ਪੂਨੇ ਦੇ ਵਿੱਚ ਹੀ ਹੈੱਡਕੁਆਟਰ ਹੈ ਜੀ ਇਸਦਾ। ਉਸ ਤੋਂ ਬਾਅਦ ਤੁਹਾਡਾ ਆਉਂਦਾ ਹੈ ਇੰਦਰਾ ਗਾਂਧੀ ਇੰਸਟੀਚਿਊਟ ਫॉर ਡਿਵੈਲਪਮੈਂਟ ਰਿਸਰਚ ਮੁੰਬਈ, ਇੰਸਟੀਚਿਊਟ ਫॉर ਡਿਵੈਲਪਮੈਂਟ ਐਂਡ ਰਿਸਰਚ ਇਨ ਬੈਂਕਿੰਗ ਟੈਕਨੋਲੋਜੀ ਹੈਦਰਾਬਾਦ। ਇਹ ਨੇ ਸਾਡੇ ਟ੍ਰੇਨਿੰਗ ਇਸਟੈਬਲਿਸ਼ਮੈਂਟ, ਜਿੱਥੇ ਇਹਨਾਂ ਦੇ ਉਹ ਵੱਖਰੇ ਵੱਖਰੇ ਸਟਾਫਸ ਜਿਹੜੇ ਨੇ ਉਹਨਾਂ ਨੂੰ ਉਸੇ ਤਰੀਕੇ ਨਾਲ ਜਿਹੜੀ ਹੈ ਟ੍ਰੇਨਿੰਗ ਵਗੈਰਾ ਦਿੱਤੀ ਜਾਂਦੀ ਹੈ। ਸਬਸਿਡਰੀਜ਼ ਆਫ ਆਰਬੀਆਈ, ਦੇਖੋ ਵੈਸੇ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਕਾਫੀ ਜ਼ਿਆਦਾ ਇੰਪੋਰਟੈਂਟ ਨੇ। ਸੈਪਰੇਟ ਵੀਡੀਓਜ਼ ਆਉਣਗੀਆਂ ਆਉਣ ਵਾਲੇ ਜਿਹੜੀਆਂ ਨੇ ਦਿਨਾਂ ਦੇ ਵਿੱਚ ਇਹਨਾਂ ਦੇ ਉੱਪਰ, ਬਟ ਇੱਥੇ ਇੱਕ ਵਾਰੀ ਜਸਟ ਥੋੜ੍ਹਾ ਜਿਹਾ ਇਹਨਾਂ ਦੇ ਬਾਰੇ ਜਾਣਕਾਰੀ ਕਿ ਸਬਸਿਡਰੀਜ਼ ਆਰਬੀਆਈ ਦੀਆਂ ਕਿਹੜੀਆਂ ਕਿਹੜੀਆਂ ਨੇ। ਨੈਸ਼ਨਲ ਹਾਊਸਿੰਗ ਬੈਂਕ ਹੈ, ਨਿਊ ਦਿੱਲੀ ਦੇ ਵਿੱਚ ਹੈੱਡਕੁਆਟਰ ਹੈ ਬੇਟਾ, ਔਰ 1 ਜੁਲਾਈ 1988 ਨੂੰ ਇਹ ਬਣਿਆ ਸੀ। DICGC ਮੁੰਬਈ, 15 ਜੁਲਾਈ 1978। ਡਿਪੋਜ਼ਿਟ ਇੰਸ਼ੋਰੈਂਸ ਐਂਡ ਕ੍ਰੈਡਿਟ ਗਰੰਟੀ ਕਾਰਪੋਰੇਸ਼ਨ। ਜਿਹੜੀਆਂ ਤੁਹਾਡੀਆਂ ਇਹ ਫੁੱਲ ਫਾਰਮਸ ਨੇ ਨਾ, ਇਹ ਬੈਂਕਿੰਗ ਦੇ ਵਿੱਚ ਬੜੀਆਂ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀਆਂ ਨੇ ਬੇਟੇ। ਇਹਨਾਂ ਦੀ ਵਿੱਚੋਂ ਇੱਕ ਡਿਜਿਟ ਦੇ ਦੇਣਗੇ ਇਹਨਾਂ ਨੂੰ ਕਿ DICGC ਦੇ ਵਿੱਚ ਜਿਹੜਾ G ਹੈ ਉਹ ਕਿਸ ਚੀਜ਼ ਲਈ ਸਟੈਂਡ ਕਰਦਾ ਹੈ। ਤਾਂ ਨੀਚੇ ਤੁਹਾਨੂੰ ਉਹ 3-4 ਆਪਸ਼ਨਸ ਦਿੱਤੀਆਂ ਹੋਣਗੀਆਂ, ਤੁਸੀਂ ਚੁਣਨਾ ਹੈ ਉੱਥੋਂ ਗਰੰਟੀ ਦੇ ਲਈ ਉਹ ਸਟੈਂਡ ਕਰਦਾ ਹੈ। ਇਸ ਤਰੀਕੇ ਨਾਲ ਇਹਨਾਂ ਤੋਂ ਜਿਹੜੇ ਸਵਾਲ ਨੇ ਉਹ ਬਣਦੇ ਨੇ। NHB ਔਰ DIC ਜਿਹੜੇ ਨੇ ਇਹ ਦੋਨੋਂ ਹੀ ਬੇਟਾ ਫੁੱਲੀ ਜਿਹੜੇ ਨੇ ਆਰਬੀਆਈ ਦੇ ਵੱਲੋਂ ਓਨ ਕੀਤਾ ਜਾਂਦਾ ਇਹਨਾਂ ਨੂੰ। ਔਰ ਉਸ ਤੋਂ ਬਾਅਦ ਇੱਕ ਇੰਪੋਰਟੈਂਟ ਹੈ ਜਿਹੜੀ ਇੰਡੀਆ ਦੇ ਬਹੁਤ ਜ਼ਿਆਦਾ ਵਧੀਆ ਰੂਰਲ ਇਨਫਰਾਸਟਰਕਚਰ ਨੂੰ ਡਿਵੈਲਪ ਕਰਨ ਦੇ ਲਈ ਰੋਲ ਪਲੇ ਕਰਦੀ ਹੈ, ਇੱਕ ਆਪਣੀ ਸੰਸਥਾ ਨਬਾਰਡ। ਮੁੰਬਈ ਦੇ ਵਿੱਚ ਇਹਦਾ ਹੈੱਡਕੁਆਟਰ ਹੈ ਬੇਟੇ, ਔਰ 12 ਜੁਲਾਈ 1982 ਨੂੰ ਬਣਾਈ ਗਈ ਸੀ। ਇਹਦੇ ਵਿੱਚ ਇਹਦੇ ਮਾਈਨੋਰਟੀ ਸਟੇਕ ਨੇ, ਮਤਲਬ ਥੋੜ੍ਹਾ ਬਹੁਤ ਸ਼ੇਅਰ ਇਹਦਾ ਹੈ, ਬਾਕੀ ਸਰਕਾਰ ਦਾ ਹੈ। ਲੇਕਿਨ ਜਿਹੜੇ ਉੱਪਰ ਵਾਲੇ ਦੋਨੋਂ ਨੇ ਉਹਨਾਂ ਦੇ ਪੂਰੇ 100% ਸ਼ੇਅਰ ਹੀ ਕਿਹਦੇ ਕੋਲ ਨੇ? ਆਰਬੀਆਈ ਦੇ ਕੋਲ। ਔਰ ਇੱਕ ਹੋਰ ਕੁਐਸਚਨ ਜਸਟ ਵੈਸੇ 1-2 ਵਾਰ ਜਿਹੜਾ ਪੇਪਰਾਂ 'ਚ ਇੱਦਾਂ ਹੀ ਘੁੰਮਦਾ ਫਿਰਦਾ ਆਇਆ ਹੈ ਬੇਟੇ। RRB ਦਾ ਐਗਜ਼ਾਮ ਜਿਹੜਾ IBPS ਕੰਡਕਟ ਕਰਦਾ ਹੈ, ਉਹਦੇ ਵਿੱਚ ਫਾਈਨੈਂਸ਼ੀਅਲ ਈਅਰ ਆਫ ਆਰਬੀਆਈ ਪੁੱਛਿਆ ਗਿਆ ਸੀ। ਔਰ ਬੱਚੇ ਕਰਦੇ ਨੇ ਗਲਤੀ, ਜੋ ਫਾਈਨੈਂਸ਼ੀਅਲ ਈਅਰਸ ਗਵਰਨਮੈਂਟ ਦਾ ਹੁੰਦਾ ਹੈ, ਆਪਾਂ ਜਾਣਦੇ ਹਾਂ 31 ਮਾਰਚ ਨੂੰ ਖਤਮ ਹੁੰਦਾ ਹੈ ਔਰ 1 ਅਪ੍ਰੈਲ ਤੋਂ ਸ਼ੁਰੂ ਹੁੰਦਾ ਹੈ ਫਾਈਨੈਂਸ਼ੀਅਲ ਈਅਰ ਇੰਡੀਅਨ ਗਵਰਨਮੈਂਟ ਦਾ। ਲੇਕਿਨ ਆਰਬੀਆਈ ਦਾ ਜਿਹੜਾ ਬੇਟੇ ਫਾਈਨੈਂਸ਼ੀਅਲ ਈਅਰ ਹੈ ਉਹ ਡਿਫਰ ਕਰਦਾ ਹੈ ਗਵਰਨਮੈਂਟ ਦੇ ਫਾਈਨੈਂਸ਼ੀਅਲ ਈਅਰ ਦੇ ਨਾਲੋਂ। ਆਰਬੀਆਈ ਦਾ ਕਿੱਥੋਂ ਸਟਾਰਟ ਹੁੰਦਾ ਹੈ ਰਾਜੇ? ਆਰਬੀਆਈ ਦਾ ਸਟਾਰਟ ਹੁੰਦਾ ਹੈ 1 ਜੁਲਾਈ ਤੋਂ 30 ਜੂਨ ਤੱਕ। ਤਾਂ ਇਹਨੂੰ ਧਿਆਨ ਵਿੱਚ ਰੱਖਿਓ, ਸਮ ਟਾਈਮ ਇੱਦਾਂ ਦੇ ਸਵਾਲ ਤੁਹਾਨੂੰ ਜਿਹੜੇ ਨੇ ਉਹ ਮਿਲ ਸਕਦੇ ਨੇ ਪੇਪਰ ਦੇ ਵਿੱਚ। ਬਾਕੀ ਇਹ ਜਿੰਨੀਆਂ ਵੀ ਚਾਰੇ ਤੁਹਾਡੀਆਂ ਸੰਸਥਾਵਾਂ ਨੇ ਇਹਨਾਂ ਦੇ ਬਾਰੇ ਆਪਾਂ ਸੈਪਰੇਟ ਵੀਡੀਓਜ਼ ਜਿਹੜੀਆਂ ਆਉਣ ਵਾਲੇ ਟਾਈਮ ਦੇ ਵਿੱਚ ਅਪਲੋਡ ਕਰਾਂਗੇ। ਫੰਕਸ਼ਨਸ ਆਫ ਆਰਬੀਆਈ, ਫੰਕਸ਼ਨਸ ਤੋਂ ਬੇਟਾ ਕਾਫੀ ਸਾਰੇ ਸਵਾਲ ਆਉਂਦੇ ਨੇ ਔਰ ਇਹ ਇੰਪੋਰਟੈਂਟ ਵੀ ਹੈ, ਕਿਉਂਕਿ ਇਹਨਾਂ ਦੀ ਵਜ੍ਹਾ ਦੇ ਨਾਲ ਹੀ ਜਿਹੜਾ ਹੈ ਆਪਾਂ ਇਹਨੂੰ ਜ਼ਿਆਦਾ ਇੱਕ ਉਹ ਟੌਪ ਮੋਸਟ ਪ੍ਰਾਇਓਰਿਟੀ 'ਤੇ ਲੈ ਕੇ ਆਉਂਦੇ ਹਾਂ। ਸਮ ਟਾਈਮ ਇਹਦੇ ਫੰਕਸ਼ਨਸ ਜਿਹੜੇ ਨੇ ਉਹ ਡਿਵਾਈਡ ਵੀ ਕੀਤੇ ਜਾਂਦੇ ਨੇ, ਕਿਉਂਕਿ ਬੱਚੇ ਆਰਬੀਆਈ ਦਾ ਰੋਲ ਨਾ ਬੜਾ ਵਾਈਡ ਹੈ, ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦਾ ਹੈ। ਦੇਖੋ ਇਹ ਬੈਂਕਸ ਨੂੰ ਸਮ ਟਾਈਮ ਜਿਹੜਾ ਹੈ ਐਜ਼ ਏ ਜਿਹੜਾ ਉਹਨਾਂ ਦਾ ਇੰਸਟਰਕਟਰ ਉਹ ਵੀ ਵਰਕ ਕਰਦਾ ਹੈ, ਬੈਂਕਸ ਨੂੰ ਰੈਗੂਲੇਟ ਵੀ ਕਰਦਾ ਹੈ, ਕੰਟਰੋਲ ਵੀ ਕਰਦਾ ਹੈ, ਹੈਲਪਿੰਗ ਵਰਕ ਵੀ ਕਰਦਾ ਹੈ, ਰਾਈਟ। ਸੋ ਲੇਕਿਨ ਇੱਥੇ ਆਪਾਂ ਪੂਰਾ ਇੱਕ ਜਨਰਲ ਸੈਂਸ ਦੇ ਵਿੱਚ ਇਹਦੇ ਜਿਹੜੇ ਵਰਕ ਨੇ ਉਹਨਾਂ ਨੂੰ ਦੇਖਾਂਗੇ। ਤਾਂ ਸਭ ਤੋਂ ਪਹਿਲਾ ਜਿਹੜਾ ਫੰਕਸ਼ਨ ਹੈ ਆਰਬੀਆਈ ਦਾ ਉਹ ਕੀ ਹੈ? ਨੋਟ ਇਸ਼ੂ ਕਰਦਾ ਹੈ ਬੱਚੇ। ਜਿੰਨੇ ਵੀ ਆਪਾਂ ਦੇਖਦੇ ਹਾਂ ਨੋਟ ਆਉਂਦੇ ਨੇ ਤੁਹਾਡੇ 10 ਦਾ, 20 ਦਾ, 50 ਦਾ, 100 ਦਾ, 500, 1000, 2000 ਦਾ, ਸੌਰੀ 1000 ਵਾਲੇ ਤਾਂ ਨੋਟ ਹੁਣ ਆਉਂਦੇ ਨਹੀਂ। ਤਾਂ ਇਹ ਸਾਰੇ ਨੋਟ ਜਿਹੜੇ ਉਹ ਇਸ਼ੂ ਕੌਣ ਕਰਦਾ ਹੈ? ਆਰਬੀਆਈ ਦੇ ਵੱਲੋਂ ਇਹਨਾਂ ਨੂੰ ਇਸ਼ੂ ਕੀਤਾ ਜਾਂਦਾ ਹੈ। ਇੱਥੇ ਇੱਕ ਚੀਜ਼ ਯਾਦ ਰੱਖਿਓ,
ਜਿਹੜੀ ਤੁਹਾਡੀ ਕੋਇਨ ਮਿੰਟਿੰਗ ਹੈ ਔਰ ਜਿਹੜਾ 1 ਰੁਪਏ ਦਾ ਨੋਟ ਹੈ ਉਹ ਆਰਬੀਆਈ ਦੇ ਵੱਲੋਂ ਜਿਹੜਾ ਹੈ ਉਹ ਇਸ਼ੂ ਨਹੀਂ ਕੀਤਾ ਜਾਂਦਾ। ਰੈਸਟ ਆਲ ਆਫ ਜਿਹੜੇ ਨੋਟ ਨੇ ਕਰੰਸੀ ਨੋਟਸ ਉਹ ਆਰਬੀਆਈ ਇਸ਼ੂ ਕਰਦਾ ਹੈ। ਔਰ 1 ਰੁਪੀਜ਼ ਦਾ ਨੋਟ ਅਗਰ ਹੁਣ ਤਾਂ ਮੇਰੇ ਖਿਆਲ ਨਾਲ ਬਹੁਤ ਘੱਟ ਹੋ ਗਿਆ, ਆਉਂਦਾ ਹੀ ਨਹੀਂ ਹੈ, ਜਾਂ ਜਿਹੜੇ ਕੋਇਨਸ ਵਗੈਰਾ ਨੇ ਉਹ ਇਸ਼ੂ ਕੀਤੇ ਜਾਂਦੇ ਨੇ ਫਾਈਨੈਂਸ ਮਿਨਿਸਟਰੀ ਦੇ ਵੱਲੋਂ। ਉਸ ਤੋਂ ਬਾਅਦ ਨੈਕਸਟ ਬੇਟੇ ਫੰਕਸ਼ਨ ਆਉਂਦਾ ਹੈ, ਇਸ ਦਾ ਦੇਖਦੇ ਹਾਂ, ਬੈਂਕਰ ਟੂ ਦਾ ਗਵਰਨਮੈਂਟ। ਸਾਨੂੰ ਜ਼ਰੂਰਤ ਪੈਂਦੀ ਹੈ ਬੇਟੇ ਲੋਨ ਦੀ, ਜਾਂ ਆਪਣੇ ਜਿਹੜੇ ਐਕਸਟਰਾ ਲਿਕਵਿਡਿਟੀ ਹੈ ਉਸ ਨੂੰ ਅਸੀਂ ਕੀ ਕਰਦੇ ਹਾਂ, ਬੈਂਕ ਵਿੱਚ ਰੱਖ ਦਿੰਦੇ ਹਾਂ। ਦੈਟਸ ਵੈਰੀ ਸੇਫ ਆਪਸ਼ਨ ਫॉर ਅਸ, ਰਾਈਟ। ਕਿਉਂ? ਘਰ ਵਿੱਚ ਪਏ ਹੋਏ ਨੇ ਪੈਸੇ, ਸਾਨੂੰ ਚੋਰ ਵਗੈਰਾ ਦਾ ਡਰ ਰਹਿੰਦਾ ਹੈ। ਬੈਂਕ ਵਿੱਚ ਰੱਖੇ ਹੋਏ ਨੇ ਤਾਂ ਸਾਨੂੰ ਇਸ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਹੈ। ਇਨ ਫੈਕਟ ਜਿਹੜਾ ਬੈਂਕ ਵਿੱਚ ਆਪਾਂ ਮਨੀ ਡਿਪੋਜ਼ਿਟ ਕਰਦੇ ਹਾਂ ਉਸ ਤੋਂ ਸਾਨੂੰ ਕੁਝ ਇੰਟਰਸਟ ਵੀ ਜਿਹੜਾ ਉਹ ਜਨਰੇਟ ਹੁੰਦਾ ਹੈ। ਆਪਣੇ ਕਾਰੋਬਾਰ ਨੂੰ ਐਕਸਪੈਂਡ ਕਰਨ ਦੇ ਲਈ ਸਾਨੂੰ ਹੋਰ ਜ਼ਿਆਦਾ ਉਹਦੀ ਜ਼ਰੂਰਤ ਹੈ ਕੈਪੀਟਲ ਦੀ, ਅਸੀਂ ਬੈਂਕ ਤੋਂ ਲੋਨ ਜਿਹੜਾ ਉਹ ਲੈ ਸਕਦੇ ਹਾਂ। ਲੇਕਿਨ ਅਗਰ ਗਵਰਨਮੈਂਟ ਨੂੰ ਇਸ ਤਰੀਕੇ ਨਾਲ ਜ਼ਰੂਰਤ ਪੈਂਦੀ ਹੈ ਆਪਣੀ ਐਕਸਟਰਾ ਲਿਕਵਿਡਿਟੀ ਨੂੰ ਇਨਵੈਸਟ ਕਰਨ ਦੇ ਲਈ, ਜਾਂ ਆਪਣੇ ਕੰਮਾਂ ਨੂੰ ਪੂਰਾ ਔਨਗੋਇੰਗ ਪ੍ਰੋਜੈਕਟਸ ਨੂੰ ਫਾਈਨਲਾਈਜ਼ ਕਰਨ ਦੇ ਲਈ, ਪੂਰਾ ਕਰਨ ਦੇ ਲਈ ਕੁਝ ਲੋਨ ਦੀ ਜ਼ਰੂਰਤ ਪੈਂਦੀ ਹੈ, ਤਾਂ ਗਵਰਨਮੈਂਟ ਕਿੱਥੇ ਜਾਂਦੀ ਹੈ ਬੇਟੇ? ਗਵਰਨਮੈਂਟ ਜਾਂਦੀ ਹੈ ਆਰਬੀਆਈ ਦੇ ਕੋਲ। ਸੋ ਇਟਸ ਅ ਬੈਂਕਰਸ ਟੂ ਦਾ ਗਵਰਨਮੈਂਟ। ਸਰਕਾਰ ਦੇ ਲਈ ਬੈਂਕ ਹੈ ਜੀ ਇੱਕ ਤਰ੍ਹਾਂ ਨਾਲੇ। ਸੁਪਰਵਿਜ਼ਨ ਟੂ ਦਾ ਬੈਂਕਸ, ਨੈਕਸਟ ਵਰਕ ਆ ਜਾਂਦਾ ਹੈ। ਜੋ ਭਾਰਤ ਦੇ ਵਿੱਚ ਬੈਂਕ ਕੰਮ ਕਰ ਰਹੇ ਨੇ, ਵਾਟ ਐਵਰ ਦੇ ਆਰ ਇੰਡੀਅਨ ਗਵਰਨਮੈਂਟ ਬੈਂਕ ਔਰ ਪ੍ਰਾਈਵੇਟ ਬੈਂਕ ਲਾਈਕ HDFC ਔਰ ICICI, ਇਸ ਤਰੀਕੇ ਦੇ, ਚਾਹੇ ਉਹ ਬੇਟੇ ਪ੍ਰਾਈਵੇਟ ਬੈਂਕ ਵੀ ਨੇ, ਉਹਨਾਂ ਨੂੰ ਵੀ ਆਰਬੀਆਈ ਦੇ ਡੰਡੇ ਦੇ ਥੱਲੇ ਹੀ ਰਹਿਣਾ ਪੈਂਦਾ ਹੈ। ਆਰਬੀਆਈ ਉਹਨਾਂ ਦੇ ਉੱਪਰ ਵੀ ਜਿਹੜਾ ਹੈ ਸੁਪਰਵਾਈਜ਼ ਉਹਨਾਂ ਨੂੰ ਦਿੰਦਾ ਹੈ। ਨੈਕਸਟ ਬੇਟੇ ਵਰਕ ਆ ਜਾਂਦਾ ਹੈ ਲੈਂਡਰ ਆਫ ਦਾ ਲਾਸਟ ਰਿਸੋਰਟ। ਆਪਾਂ ਬੈਂਕਸ ਦੇ ਕੋਲ ਜਾਂਦੇ ਹਾਂ ਜੀ। ਹੁਣ ਬੈਂਕਸ ਜਿਹੜੇ ਨੇ ਉਹਨਾਂ ਨੂੰ ਵੀ ਲੋਨ ਦੀ ਜ਼ਰੂਰਤ ਪੈਂਦੀ ਹੈ, ਜਾਂ ਐਕਸਟਰਾ ਪੈਸਾ ਜਿਹੜਾ ਹੈ ਉਹ ਬੈਂਕ ਵੀ ਜਿਹੜੇ ਨੇ ਉਹ ਆਪਣਾ ਜਮ੍ਹਾਂ ਕਰਵਾਉਂਦੇ ਨੇ ਅੱਗੇ ਕਿਸੇ ਹੋਰ ਵੱਡੇ ਬੈਂਕ ਦੇ ਕੋਲ। ਤਾਂ ਉਹ ਕੀ ਹੈ ਜੀ? ਆਰਬੀਆਈ। ਸਾਨੂੰ ਜ਼ਰੂਰਤ ਪਈ ਲੋਨ ਦੀ, ਅਸੀਂ ਬੈਂਕ ਦੇ ਕੋਲ ਗਏ, ਬੈਂਕ ਨੂੰ ਲੋਨ ਦੀ ਜ਼ਰੂਰਤ ਪਈ ਤਾਂ ਉਹ ਕਿੱਥੇ ਜਾਏਗਾ? ਆਰਬੀਆਈ ਦੇ ਕੋਲ। ਸੋ ਆਰਬੀਆਈ ਇਜ਼ ਦਾ ਲਾਸਟ ਰਿਸੋਰਟ ਜਿੱਥੋਂ ਆਪਾਂ ਜਿਹੜਾ ਇਹ ਸਾਰਾ ਸਿਸਟਮ ਸਟਾਰਟ ਕਰ ਸਕਦੇ ਹਾਂ। ਕਸਟਡੀਅਨ ਆਫ ਦਾ ਨੇਸ਼ਨਸ, ਰਿਜ਼ਰਵ ਆਫ ਫੋਰਨ ਐਕਸਚੇਂਜ, ਉਹ ਵੀ ਫੋਰਨ ਐਕਸਚੇਂਜ ਜਿਹੜਾ ਹੈ ਉਹਦਾ ਦੇਸ਼ ਦੀ ਕੰਟਰੀ ਦਾ ਜਿਹੜਾ ਇੱਕੋ ਪੈਸਾ ਦੂਜਿਆਂ ਦੇ ਨਾਲ ਟਰਾਂਸਫਰ ਹੁੰਦਾ ਹੈ, ਉਹ ਸਾਰਾ ਵੀ ਕੌਣ ਚੈੱਕ ਕਰਦਾ ਹੈ ਜੀ? ਆਰਬੀਆਈ ਕਰਦਾ ਹੈ। ਕਲੀਅਰਿੰਗ ਹਾਊਸ ਫੰਕਸ਼ਨ, ਦੇਖੋ ਅੱਜ ਦੀ ਡੇਟ ਦੇ ਵਿੱਚ ਇੱਕ ਬੜੀ ਸਿੰਪਲ ਜਿਹਾ ਕੰਸੈਪਟ ਹੈ। ਪਹਿਲਾਂ ਬਹੁਤ ਜ਼ਿਆਦਾ ਟਫ ਚੀਜ਼ਾਂ ਹੁੰਦੀਆਂ ਸੀ, ਲੇਕਿਨ ਹੁਣ ਇਹ ਚੀਜ਼ਾਂ ਬਹੁਤ ਸਿੰਪਲ ਹੋ ਗਈਆਂ ਨੇ। ਫੋਰ ਐਗਜ਼ਾਮਪਲ, ਤੁਸੀਂ ਕਿਤੇ ਬਾਹਰ ਪੜ੍ਹ ਰਹੇ ਹੋ, ਠੀਕ ਹੈ, ਤੁਸੀਂ ਪਟਿਆਲੇ ਵਿੱਚ ਬੈਠ ਕੇ ਪੜ੍ਹ ਰਹੇ ਹੋ, ਤੁਸੀਂ ਚੰਡੀਗੜ੍ਹ ਵਿੱਚ ਬੈਠ ਕੇ ਪੜ੍ਹ ਰਹੇ ਹੋ, ਯੂ ਮੇ ਬੀ ਇਨ ਦਿੱਲੀ ਐਂਡ ਤੁਸੀਂ ਉੱਥੇ IAS ਸਿਵਲ ਦੀ ਜਿਹੜੀ ਪੜ੍ਹਾਈ ਉਹ ਕਰ ਰਹੇ ਹੋ ਆਪਣੀ ਬੱਚੇ। ਲੇਕਿਨ ਹੁਣ ਕੀ ਹੈ, ਘਰੇ ਫੋਨ ਕਰਦੇ ਹੋ ਜੀ, ਮੰਮਾ ਜਾਂ ਪਾਪਾ ਮੇਰੇ ਪੈਸੇ ਖਤਮ ਹੋ ਗਏ ਨੇ, ਮੈਨੂੰ ਪਲੀਜ਼ ਖਰਚਾ ਭੇਜ ਦਿਓ। ਤੁਹਾਡਾ ਅਕਾਊਂਟ ਹੈ ਜੀ SBI ਦੇ ਵਿੱਚ, ਪਾਪਾ ਦਾ ਅਕਾਊਂਟ ਹੈ PNB ਬੈਂਕ ਦੇ ਵਿੱਚ, ਉਹ ਘਰੋਂ ਬੈਠੇ ਹੀ ਮੋਬਾਈਲ ਤੋਂ ਨੈੱਟ ਬੈਂਕਿੰਗ ਦੇ ਰਾਹੀਂ ਤੁਹਾਡੇ ਅਕਾਊਂਟ ਵਿੱਚ ਪੈਸੇ ਟਰਾਂਸਫਰ ਕਰ ਦਿੰਦੇ ਨੇ। SBI ਔਰ PNB ਦੇ ਵਿਚਕਾਰ ਉਹ ਜਿਹੜਾ ਲੇਖਾ ਜੋਖਾ ਜੋ ਵੀ ਹੋਇਆ, ਜੋ ਲੈਣ ਦੇਣ ਹੋਇਆ, ਉਹ ਕੌਣ ਕਰੇਗਾ? ਉਹ ਕਰਦਾ ਹੈ ਜੀ ਆਰਬੀਆਈ। ਆਰਬੀਆਈ ਦੇ ਕੋਲ ਬੇਟੇ ਸਾਰੇ ਬੈਂਕਾਂ ਦੇ ਖਾਤੇ ਨੇ, ਠੀਕ ਹੈ। ਸਪੋਜ਼ ਕਰੋ ਆਪਣੇ ਕੋਲ ਕੋਈ ਦੋ ਬੈਂਕ ਨੇ, ਇਹ ਹੈਗਾ ਜੀ ਬੈਂਕ A, ਇਹ ਹੈਗਾ ਜੀ ਬੈਂਕ B। ਇਹਨਾਂ ਦੋਨਾਂ ਦਾ ਖਾਤਾ ਕਿਹਦੇ ਕੋਲ ਹੈ? ਆਰਬੀਆਈ ਦੇ ਕੋਲ, ਰਾਈਟ। ਇਸ ਬੈਂਕ ਤੋਂ ਕਿਸੇ ਕਸਟਮਰ ਨੇ ਇਸ ਬੈਂਕ ਦੇ ਕਿਸੇ ਕਸਟਮਰ ਨੂੰ ਪੈਸੇ ਦੇਣੇ ਨੇ ਬੇਟੇ, ਰਾਈਟ। ਤਾਂ ਇਹ ਕੀ ਕਰੇਗਾ? ਬੈਂਕ ਕਸਟਮਰ ਤਾਂ ਬੈਂਕ ਨਾਲ ਡੀਲ ਕਰੇਗਾ ਨਾ, ਤਾਂ ਇਹ ਵਾਲਾ ਜਿਹੜਾ ਬੈਂਕ ਹੈ ਇਹ ਫਰਦਰ ਅੱਗੇ ਜਿਹੜਾ ਹੈ ਆਰਬੀਆਈ ਦੇ ਕੋਲ ਇਹਦਾ ਅਕਾਊਂਟ ਹੈ, ਇਹ ਆਰਬੀਆਈ ਨੂੰ ਕਹੇਗਾ ਕਿ ਇੰਨੇ ਪੈਸੇ ਇਸ ਬੈਂਕ ਦੇ ਵਿੱਚ ਟਰਾਂਸਫਰ ਕਰ ਦਿੱਤੇ ਜਾਣ। ਉਹ ਬੈਂਕ ਜਿਹੜਾ ਹੈ ਅੱਗੇ ਉਸ ਕਸਟਮਰ ਦੇ ਖਾਤੇ ਦੇ ਵਿੱਚ ਪੈਸੇ ਟਰਾਂਸਫਰ ਕਰ ਦਿੰਦਾ ਹੈ। ਤਾਂ ਆਰਬੀਆਈ ਇੱਥੇ ਵਰਕ ਕਰ ਰਿਹਾ ਐਜ਼ ਅ ਕਲੀਅਰਿੰਗ ਹਾਊਸ ਫੰਕਸ਼ਨ ਦੇ ਤਰੀਕੇ ਦੇ ਨਾਲ। ਚੈੱਕ ਵਗੈਰਾ ਜਿਹੜੇ ਉਹ ਵੀ ਸਾਰਾ ਕੁਝ ਇਸੇ ਤਰੀਕੇ ਨਾਲ ਹੀ ਚੱਲਦਾ ਹੈ। ਕੰਟਰੋਲ ਆਫ ਕ੍ਰੈਡਿਟ, ਮਾਰਕੀਟ ਦੇ ਅੰਦਰ ਪੈਸੇ ਜਿਹੜੇ ਨੇ, ਲਿਕਵਿਡਿਟੀ ਹੈ, ਉਸ ਦਾ ਇਕੁਇਬਲਮ ਹੋਣਾ ਬਹੁਤ ਜ਼ਰੂਰੀ ਹੈ। ਲਿਕਵਿਡਿਟੀ ਬਹੁਤ ਜ਼ਿਆਦਾ ਵਧਣੀ ਨਹੀਂ ਚਾਹੀਦੀ, ਲਿਕਵਿਡਿਟੀ ਬਹੁਤ ਜ਼ਿਆਦਾ ਘਟਣੀ ਨਹੀਂ ਚਾਹੀਦੀ। ਲਿਕਵਿਡਿਟੀ ਤੋਂ ਬੇਟੇ ਮਤਲਬ ਹੈ ਕੈਸ਼ ਦਾ ਫਲੋ। ਦੇਖੋ ਤੁਸੀਂ ਬੈਂਕਿੰਗ ਦੀ ਤਿਆਰੀ ਕਰ ਰਹੇ ਹੋ ਤਾਂ ਮੇਰੇ ਖਿਆਲ ਨਾਲ ਜਿਹੜੀਆਂ ਬੈਂਕਿੰਗ ਟਰਮੀਨੋਲੋਜੀ ਨੇ ਬੇਸਿਕ, ਉਹ ਤਾਂ ਤੁਹਾਨੂੰ ਆਉਂਦੀਆਂ ਹੀ ਹੋਣਗੀਆਂ। ਇਨਫੈਕਟ ਅਗਰ ਫਿਰ ਵੀ ਤੁਹਾਨੂੰ ਉਹਨਾਂ ਦੇ ਵਿੱਚ ਕੋਈ ਦਿੱਕਤ ਹੈ ਤਾਂ ਤੁਸੀਂ ਕਮੈਂਟ ਵਗੈਰਾ ਕਰਕੇ ਜਾਂ ਈਮੇਲ ਦੇ ਰਾਹੀਂ ਇਨਫੋਰਮ ਕਰ ਸਕਦੇ ਹੋ। ਉਹਨਾਂ ਦੇ ਉੱਪਰ ਵੀ ਆਪਾਂ ਸੈਪਰੇਟ ਵੀਡੀਓ ਜਿਹੜੀਆਂ ਉਹ ਤਿਆਰ ਕਰ ਲਵਾਂਗੇ, ਤਾਂ ਜੋ ਤੁਹਾਨੂੰ ਉਹ ਬੇਸਿਕਲੀ ਉਹ ਸਾਰੀਆਂ ਚੀਜ਼ਾਂ ਵੀ ਸਮਝ ਆ ਸਕਣ। ਅਗਰ ਤੁਸੀਂ ਚਾਹੁੰਦੇ ਹੋ ਕਿ ਬੇਸਿਕ ਜਿਹੜੀ ਟਰਮੀਨੋਲੋਜੀ ਉਹਦੇ ਉੱਪਰ ਵੀਡੀਓਜ਼ ਬਣਾ ਦਈਏ ਤਾਂ ਤੁਸੀਂ ਉਹ ਇਨਫੋਰਮ ਕਰੋ, ਆਪਾਂ ਉਹਦੇ ਉੱਪਰ ਵੀ ਵਰਕ ਜਿਹੜਾ ਉਹ ਕਰ ਲਵਾਂਗੇ। ਕ੍ਰੈਡਿਟ ਆਫ ਕੰਟਰੋਲ ਦੇ ਵਿੱਚ ਜਦੋਂ ਆਪਾਂ ਕੰਟਰੋਲ ਆਫ ਕ੍ਰੈਡਿਟ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਮਾਰਕੀਟ ਦੇ ਵਿੱਚ ਜਿਹੜੀ ਕੈਸ਼ ਹੈ ਜਾਂ ਲਿਕਵਿਡਿਟੀ ਹੈ ਉਸ ਦਾ ਬੈਲੈਂਸ ਬਣਾਈ ਰੱਖਦਾ ਹੈ ਕੌਣ? ਆਰਬੀਆਈ। ਦੇਖੋ ਅਗਰ ਬਹੁਤ ਜ਼ਿਆਦਾ ਮਾਰਕੀਟ ਦੇ ਵਿੱਚ ਪੈਸਾ ਹੋ ਜਾਏਗਾ ਰਾਜੇ, ਰਾਈਟ, ਤਾਂ ਉਹਦੇ ਨਾਲ ਕੀ ਹੋ ਜਾਂਦਾ ਹੈ, ਚੀਜ਼ਾਂ ਦੇ ਰੇਟ ਜਿਹੜੇ ਉਹ ਵਧਣੇ ਸ਼ੁਰੂ ਹੋ ਜਾਂਦੇ ਨੇ, ਠੀਕ ਹੈ। ਮਾਰਕੀਟ ਦੇ ਵਿੱਚ ਜਿਹੜਾ ਹੈ ਉਹ ਵੈਲਿਊ ਜਿਹੜੀ ਉਹਦੀ ਪੈਸੇ ਦੀ ਘਟਣੀ ਸ਼ੁਰੂ ਹੋ ਜਾਂਦੀ ਹੈ। ਔਰ ਅਗਰ ਬਿਲਕੁਲ ਹੀ ਪੈਸਾ ਜਿਹੜਾ ਉਹਦੀ ਉਹ ਲਿਕਵਿਡਿਟੀ ਘੱਟ ਹੋ ਗਈ ਹੈ ਤਦ ਵੀ ਮਾਰਕੀਟ ਜਿਹੜੀ ਫਰਦਰ ਅੱਗੇ ਨਹੀਂ ਵੱਧ ਪਾਉਂਦੀ, ਐਕਸਪੈਂਡ ਨਹੀਂ ਕਰ ਪਾਉਂਦੀ, ਮਾਰਕੀਟ ਜਿਹੜੀ ਹੈ ਖੜਨ ਲੱਗ ਜਾਂਦੀ ਹੈ। ਤਾਂ ਇਸ ਸਾਰੇ ਸਿਸਟਮ ਨੂੰ ਬੈਲੈਂਸ ਬਣਾ ਕੇ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਜਦੋਂ ਆਪਾਂ ਛੋਟੇ ਛੋਟੇ ਹੁੰਦੇ ਸੀ ਨਾ ਤਾਂ ਆਪਾਂ
ਆਪਣੀ ਕੰਟਰੀ ਦੇ ਵਿੱਚ ਕਿਤੇ ਤੁਸੀਂ ਮੰਨ ਲਓ ਘੁੰਮਣ ਜਾਂਦੇ ਸੀ ਪੇਰੈਂਟਸ ਨਾਲ, ਔਰ ਅਸੀਂ ਜਨਰਲੀ ਇਹ ਸਵਾਲ ਕਰਦੇ ਹੁੰਦੇ ਸੀ ਕਿ ਪਾਪਾ ਜਿਹੜੇ ਗਰੀਬ ਲੋਕ ਨੇ ਗਵਰਨਮੈਂਟ ਇਹਨਾਂ ਨੂੰ ਨੋਟ ਛਾਪ ਕੇ ਕਿਉਂ ਨਹੀਂ ਦੇ ਦਿੰਦੀ ਤਾਂ ਕਿ ਇਹ ਵੀ ਆਪਣੇ ਘਰਾਂ ਦੇ ਵਿੱਚ ਰਹਿ ਸਕਣ, ਇਹ ਵੀ ਰੋਟੀ ਖਾ ਸਕਣ, ਇਹ ਵੀ ਗਰਮ ਕੱਪੜੇ ਸਰਦੀਆਂ 'ਚ ਪਹਿਨ ਸਕਣ। ਇਹ ਇਸ ਤਰ੍ਹਾਂ ਗਰੀਬਾਂ ਦੀ ਤਰ੍ਹਾਂ ਕਿਉਂ ਰਹਿੰਦੇ ਨੇ? ਸਰਕਾਰ ਹੀ ਤਾਂ ਨੋਟ ਛਾਪਦੀ ਹੈ, ਤਾਂ ਇਹਨਾਂ ਨੂੰ ਛਾਪ ਕੇ ਕਿਉਂ ਨਹੀਂ ਦੇ ਦਿੰਦੀ? ਤਾਂ ਇਸ ਚੀਜ਼ ਦੇ ਜਿਹੜੇ ਇਸ ਤਰ੍ਹਾਂ ਦੇ ਤੁਹਾਡੇ ਕਨਸੈਪਟ ਆਪਣੇ ਉਹ ਛੋਟੇ ਹੁੰਦਿਆਂ ਵਾਲੇ ਜਿਹੜੇ ਕੁਐਸਚਨ ਸੀਗੇ ਉਹਨਾਂ ਦਾ ਜਵਾਬ ਸਾਨੂੰ ਇੱਥੇ ਮਿਲਦਾ ਹੈ ਜਦੋਂ ਅਸੀਂ ਪੜ੍ਹਦੇ ਹਾਂ ਕੰਟਰੋਲ ਆਫ ਕ੍ਰੈਡਿਟ, ਕਿ ਇਹਨਾਂ ਚੀਜ਼ਾਂ ਨੂੰ ਮੇਨਟੇਨ ਕਰਨਾ ਪੈਂਦਾ ਹੈ। ਗਵਰਨਮੈਂਟ ਆਪਣੀ ਮਰਜ਼ੀ ਨਾਲ ਨੋਟ ਛਾਪ ਕੇ ਨਹੀਂ ਦੇ ਸਕਦੀ ਕਿਸੇ ਨੂੰ ਵੀ। ਕਲੈਕਸ਼ਨ ਆਫ ਸਟੈਟਿਕਸ ਡਾਟਾ, ਪੂਰਾ ਸਾਡੇ ਫਾਈਨੈਂਸ਼ੀਅਲ ਸਿਸਟਮ ਦਾ ਡਾਟਾ ਜਿਹੜਾ ਹੈ ਉਹਨੂੰ ਕਲੈਕਟ ਕਰਦਾ ਹੈ ਆਰਬੀਆਈ। ਕਿਉਂ? ਨਵੀਆਂ ਪਾਲਿਸੀਜ਼ ਬਣਾਉਣ ਦੇ ਲਈ। ਗਵਰਨਮੈਂਟ ਜਦੋਂ ਵੀ ਕੁਝ ਨਵੀਆਂ ਪਾਲਿਸੀਜ਼ ਵਗੈਰਾ ਇੰਪਲੀਮੈਂਟ ਕਰਦੀਆਂ ਨੇ ਸਪੈਸ਼ਲੀ ਇਨ ਦਿਸ ਸੈਕਟਰ ਆਫ ਫਾਈਨੈਂਸ਼ੀਅਲ, ਤਾਂ ਉਹ ਆਰਬੀਆਈ ਦੇ ਨਾਲ ਬੇਟੇ ਪੂਰੀ ਤਰ੍ਹਾਂ ਨਾਲ ਡਿਸਕਸ ਕਰਨ ਤੋਂ ਬਾਅਦ ਹੀ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਉਹ ਲਾਗੂ ਕਰਦਾ ਹੈ। ਔਰ ਉਹ ਡਿਸਕਸ ਕਿਉਂ ਕਰਦਾ ਹੈ? ਕਿਉਂਕਿ ਆਰਬੀਆਈ ਦੇ ਕੋਲ ਸਾਰਾ ਜਿਹੜਾ ਡਾਟਾ ਸਟੈਟਸ ਵਗੈਰਾ ਉਹ ਹੁੰਦੇ ਨੇ। ਮੋਨਿਟਰੀ ਪੋਲਿਸੀਜ਼ ਦੀ ਗੱਲ ਕਰੀਏ ਤਾਂ ਦਿਸ ਇਜ਼ ਵੈਰੀ ਇੰਪੋਰਟੈਂਟ ਸੈਕਸ਼ਨ ਫॉर ਯੂ। ਇੱਥੋਂ ਬਣਦੇ ਨੇ ਕਾਫੀ ਸਾਰੇ ਸਵਾਲ। ਇਨਫੈਕਟ ਜਿਹੜੀ ਬੈਂਕਿੰਗ ਹੈ ਸਾਡੀ ਉਸ ਦੀ ਪੂਰੀ ਸਮਝ ਬੇਟੇ ਇੱਥੇ ਹੀ ਹੈ। ਇਟਸ ਆ ABC ਆਫ ਬੈਂਕਿੰਗ। ਆਰਬੀਆਈ ਕੰਟਰੋਲ ਦਾ ਕ੍ਰੈਡਿਟ ਥਰੂ ਮੋਨਿਟਰੀ ਪੋਲਿਸੀ। ਆਪਾਂ ਪੜ੍ਹ ਕੇ ਆਏ ਹਾਂ ਕੰਟਰੋਲ ਆਫ ਕ੍ਰੈਡਿਟ ਆਰਬੀਆਈ ਦਾ ਇੱਕ ਫੰਕਸ਼ਨ ਹੈ, ਔਰ ਉਹ ਫੰਕਸ਼ਨ ਆਰਬੀਆਈ ਕਿਵੇਂ ਕਰਦਾ ਹੈ? ਆਰਬੀਆਈ ਉਸ ਚੀਜ਼ ਨੂੰ ਕਰਦਾ ਹੈ ਮੋਨਿਟਰੀ ਪੋਲਿਸੀਜ਼ ਦੇ ਹਿਸਾਬ ਨਾਲ। Now the question is this, why we need it? ਸਾਨੂੰ ਜ਼ਰੂਰਤ ਕੀ ਹੈ ਮੋਨਿਟਰੀ ਪੋਲਿਸੀਜ਼ ਦੀ? When the equilibrium of market is lost, stability and price level rise, which reduce the value of money. So RBI need the monetary policy to balance the market. ਅਗਰ ਦੇਖੋ ਉਹ ਸਟੇਬਿਲਿਟੀ ਖਤਮ ਹੋ ਜਾਏਗੀ, ਪੈਸੇ ਦਾ ਫਲੋ ਬਹੁਤ ਜ਼ਿਆਦਾ ਵੱਧ ਜਾਏ ਜਾਂ ਬਹੁਤ ਜ਼ਿਆਦਾ ਘਟ ਜਾਂਦਾ ਹੈ ਜਦੋਂ ਮਾਰਕੀਟ ਦੇ ਵਿੱਚ, ਨਾ ਸਟੇਬਿਲਿਟੀ ਖਤਮ ਹੋ ਗਈ, ਜਿਹਦੇ ਨਾਲ ਕੀ ਹੋਏਗਾ ਬੇਟੇ? ਪ੍ਰਾਈਸ ਲੈਵਲ ਰਾਈਜ਼ ਕਰ ਜਾਣਗੇ ਔਰ ਵੈਲਿਊ ਜਿਹੜੀ ਹੈ ਰੁਪਏ ਦੀ ਉਹ ਬਹੁਤ ਜ਼ਿਆਦਾ ਘਟ ਜਾਏਗੀ। ਤਾਂ ਇਹਦੀ ਵਜ੍ਹਾ ਦੇ ਨਾਲ ਫਿਰ ਕੀ ਹੈ? ਦਿੱਕਤ ਆ ਜਾਂਦੀ ਹੈ। ਸੋ ਸਾਨੂੰ ਮੋਨਿਟਰੀ ਪੋਲਿਸੀਜ਼ ਦੀ ਜਿਹੜੀ ਹੈ ਉਹ ਲੋੜ ਪੈਂਦੀ ਹੈ। ਮੋਨਿਟਰੀ ਪੋਲਿਸੀਜ਼ ਨੂੰ ਅੱਗੇ ਬੇਟੇ ਆਪਾਂ ਦੋ ਤਰ੍ਹਾਂ ਨਾਲ ਡਿਵਾਈਡ ਕਰਦੇ ਹਾਂ। ਇੱਕ ਆਉਂਦੀਆਂ ਨੇ ਕੁਆਂਟੀਟਿਵ ਟੂਲ ਜਿਹੜੇ ਕਿ ਇਨਡਾਇਰੈਕਟ ਟੂਲ ਹੁੰਦੇ ਨੇ, ਇੱਕ ਆਉਂਦੇ ਨੇ ਕੁਆਲਿਟੇਟਿਵ ਟੂਲ ਜਿਨ੍ਹਾਂ ਨੂੰ ਕਿ ਅਸੀਂ ਡਾਇਰੈਕਟ ਟੂਲ ਬੋਲਦੇ ਹਾਂ। ਇਨਡਾਇਰੈਕਟ ਐਂਡ ਡਾਇਰੈਕਟ ਟੂਲ ਮੀਨਸ ਇਨਡਾਇਰੈਕਟ ਦਾ ਮਤਲਬ ਹੈ ਕਿ ਜਿਹਦੇ ਨਾਲ ਡਾਇਰੈਕਟਲੀ ਤੁਸੀਂ ਉਸ ਪੋਲਿਸੀ ਨੂੰ ਜਿਹੜਾ ਫਲੋ ਨੂੰ ਚੇਂਜ ਨਹੀਂ ਕਰ ਰਹੇ। ਮਾਰਕੀਟ ਦੇ ਅੰਦਰ ਜਿਹੜਾ ਪੈਸਾ ਜਾ ਰਿਹਾ ਉਸ ਨੂੰ ਡਾਇਰੈਕਟ ਤੁਸੀਂ ਰੋਕ ਜਾਂ ਇੰਜੈਕਟ ਨਹੀਂ ਕਰ ਰਹੇ ਮਾਰਕੀਟ ਵਿੱਚੋਂ। ਨਾ ਤਾਂ ਆਰਬੀਆਈ ਡਾਇਰੈਕਟ ਸੈਕ ਕਰ ਰਿਹਾ, ਨਾ ਹੀ ਡਾਇਰੈਕਟ ਇੰਜੈਕਟ ਕਰ ਰਿਹਾ ਲਿਕਵਿਡਿਟੀ ਨੂੰ, ਲੇਕਿਨ ਇਨਡਾਇਰੈਕਟ ਵੇ ਦੇ ਨਾਲ ਉਹਨਾਂ ਦੇ ਉੱਪਰ ਜਿਹੜਾ ਫਰਕ ਪੈ ਰਿਹਾ। ਫੋਰ ਐਗਜ਼ਾਮਪਲ ਲੋਨ ਅਗਰ ਮਹਿੰਗੇ ਕਰ ਦਿੱਤੇ ਜਾਣਗੇ ਤਾਂ ਮਾਰਕੀਟ 'ਚ ਪੈਸੇ ਦਾ ਫਲੋ ਘਟੇਗਾ। ਲੋਨ ਅਗਰ ਸਸਤੇ ਕਰ ਦਿੱਤੇ ਜਾਣਗੇ ਤਾਂ ਮਾਰਕੀਟ ਦੇ ਵਿੱਚ ਪੈਸੇ ਦਾ ਫਲੋ ਵਧੇਗਾ। ਇਟਸ ਅ ਇਨਡਾਇਰੈਕਟ। ਠੀਕ ਹੈ, ਇਸ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਜਿਹੜੀਆਂ ਇਹਦੇ ਵਿੱਚ ਆਉਂਦੀਆਂ ਨੇ। ਨੈਕਸਟ ਆਪਾਂ ਅਗਰ ਇਹਨਾਂ ਦੋਨਾਂ ਨੂੰ ਚੰਗੀ ਤਰ੍ਹਾਂ ਨਾਲ ਚੈੱਕ ਕਰਦੇ ਹਾਂ ਕਿ ਕੁਆਂਟੀਟਿਵ ਟੂਲਸ ਜਿਹੜੇ ਨੇ ਉਹ ਕੀ ਨੇ, ਕੁਆਲਿਟੇਟਿਵ ਟੂਲਸ ਜਿਹੜੇ ਨੇ ਉਹ ਕੀ ਨੇ। ਹਾਂਜੀ, ਅਗਰ ਆਪਾਂ ਬੇਟੇ ਗੱਲ ਕਰਦੇ ਹਾਂ ਕੁਆਂਟੀਟਿਵ ਟੂਲਸ ਦੀ ਤਾਂ ਸਭ ਤੋਂ ਪਹਿਲਾਂ ਬੇਟੇ ਇਹਦੇ ਵਿੱਚ ਆਉਂਦੀ ਹੈ ਤੁਹਾਡੇ ਕੋਲ ਬੈਂਕ ਰੇਟ, ਠੀਕ ਹੈ, ਓਪਨ ਮਾਰਕੀਟ ਓਪਰੇਸ਼ਨ, ਕੈਸ਼ ਰਿਜ਼ਰਵ ਰੇਸ਼ੋ, ਰੇਪੋ ਰੇਟ ਐਂਡ ਰਿਵਰਸ ਰੈਪੋ ਰੇਟ, ਇਹ ਆ ਗਈਆਂ। ਉਸ ਤੋਂ ਬਾਅਦ ਆਉਂਦਾ SLR ਜਿਹੜਾ ਉਹ ਆ ਜਾਂਦਾ ਹੈ। ਕੁਆਲਿਟੇਟਿਵ ਟੂਲ ਦੇ ਵਿੱਚ ਗੱਲ ਕਰੀਏ ਤਾਂ ਰਾਸ਼ਨਿੰਗ ਆਫ ਕ੍ਰੈਡਿਟ, ਕਿ ਕਿੰਨਾਂ ਨੂੰ ਤੁਸੀਂ ਕਿੰਨਾ ਜਿਹੜਾ ਹੈ ਉਹ ਕ੍ਰੈਡਿਟ ਦੋਗੇ, ਮੋਰਲ ਸੁਜ਼ੈਨ, ਡਾਇਰੈਕਟ ਐਕਸ਼ਨ ਐਂਡ ਮਾਰਜਨ ਰਿਕੁਆਇਰਮੈਂਟ। ਤਾਂ ਇਹ ਸਾਰੇ ਦੇ ਸਾਰੇ ਨੇ ਸਾਡੇ ਮੋਨਿਟਰੀ ਪੋਲਿਸੀ ਟੂਲ। ਇਹਨਾਂ ਸਾਰੇ ਟੂਲਸ ਨੂੰ ਆਪਾਂ ਇੱਕ ਨੈਕਸਟ ਵੀਡੀਓ ਦੇ ਵਿੱਚ ਪੂਰੀ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਬੇਟੇ ਕਿ ਇਹ ਕਿਹੜੇ ਕਿਹੜੇ ਟੂਲ ਨੇ। ਦੋਨੋਂ ਹੀ ਤਰ੍ਹਾਂ ਦੇ ਕੁਆਂਟੀਟਿਵ ਔਰ ਕੁਆਲਿਟੇਟਿਵ ਜਿਹੜੇ ਟੂਲ ਨੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਇਹਨਾਂ ਨੂੰ ਪੂਰੀ ਤਰ੍ਹਾਂ ਨਾਲ ਡਿਸਕਸ ਕਰ ਲਵਾਂਗੇ। ਫਿਰ ਤੁਸੀਂ ਇਹਨੂੰ ਚੰਗੀ ਤਰ੍ਹਾਂ ਨਾਲ ਸਮਝ ਲਓ ਜਾਓਗੇ। ਅੱਛਾ, ਇੱਕ ਰਿਕੁਐਸਟ ਹੈ ਬੇਟਾ ਤੁਹਾਡੇ ਸਾਰਿਆਂ ਨੂੰ ਕਿ ਜਦੋਂ ਵੀ ਤੁਸੀਂ ਜੋ ਵੀ ਵੀਡੀਓਜ਼ ਤੋਂ ਸਿੱਖ ਰਹੇ ਹੋ ਨਾ, ਇਹਨਾਂ ਦੇ ਨੋਟਸ ਜ਼ਰੂਰ ਲਓ ਆਪਣੇ ਨੋਟਬੁੱਕ ਦੇ ਉੱਪਰ। ਉਹਦਾ ਬੈਨੀਫਿਟ ਤੁਹਾਨੂੰ ਇਹ ਮਿਲੇਗਾ ਕਿ ਤੁਹਾਡੀਆਂ ਜਿਹੜੀਆਂ ਚੀਜ਼ਾਂ ਨੇ ਉਹ ਜ਼ਿਆਦਾ ਕਲੀਅਰ ਹੋਣਗੀਆਂ, ਜ਼ਿਆਦਾ ਵਧੀਆ ਤਰੀਕੇ ਨਾਲ ਸਿੱਖੋਗੇ। ਜਿਸ ਵੀ ਕਿਸੇ ਟਰਮ ਦੀ ਜਾਂ ਜਿਸ ਕਿਸੇ ਪੁਆਇੰਟ ਦੀ ਨਹੀਂ ਸਮਝ ਲੱਗਦੀ ਤਾਂ ਯੂ ਕੈਨ ਟੇਕ ਦਾ ਹੈਲਪ ਫਰੋਮ ਦਾ ਇੰਟਰਨੈਟ। ਉਹਦੇ ਨਾਲ ਕੀ ਹੋਏਗਾ, ਤੁਹਾਨੂੰ ਕਾਫੀ ਜ਼ਿਆਦਾ ਜਿਹੜੀ ਨੌਲੇਜ ਹੈ ਉਹ ਹੋਰ ਵਧਣੀ ਹੋ ਜਾਏਗੀ। ਤੁਹਾਡਾ ਨੌਲੇਜ ਬੇਸ ਜਿਹੜਾ ਉਹ ਐਕਸਪੈਂਡ ਕਰੇਗਾ। ਤੁਹਾਡੀ ਜਿਹੜੀ ਜਨਰਲ ਅਵੇਅਰਨੈਸ ਸੈਕਸ਼ਨ ਹੈ ਉਹ ਕਾਫੀ ਜ਼ਿਆਦਾ ਜਿਹੜਾ ਹੈ ਉਹ ਵਧੀਆ ਤਰੀਕੇ ਨਾਲ ਜਿਹੜਾ ਉਹ ਇੱਕ ਬਣ ਜਾਏਗਾ। ਰਾਈਟ, ਠੀਕ ਹੈ। ਹੁਣ ਬੇਟੇ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਹੀ ਸਟਾਪ ਕਰਦੇ ਹਾਂ। ਬਹੁਤ ਜ਼ਿਆਦਾ ਹੋਰ ਇਸ ਨੂੰ ਅੱਗੇ ਨਹੀਂ ਲੈ ਕੇ ਚੱਲਾਂਗੇ। ਔਰ ਨੈਕਸਟ ਜਿਹੜੀ